ਪਿਛਲੇ ਦਿਨੀ ਬਿਰਧ ਮਾਤਾ ਜਿਹੜੀ ਹੈਗੀ ਆ, ਜਿੰਦੇ ਬਾਰੇ ਸਾਰੇ ਸੋਸ਼ਲ ਮੀਡੀਆ ਤੇ ਔਰ ਮੀਡੀਆ ਦੇ ਵਿੱਚ ਅਸੀਂ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਉਹ ਮਾਤਾ ਪਈ ਸੀ ਔਰ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ। ਪੁੱਤਰਾਂ ਤੋਂ ਵਿਸਾਰੀ ਇਸ ਮਾਂ ਦਾ ਜਿਹੜਾ ਹੈਗਾ ਉਹ ਹਾਲ ਹੋਇਆ। ਬੇਸ਼ੱਕ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਸਾਹਮਣੇ ਆਏ ਔਰ ਇੱਕ ਪੁੱਤ ਨੇ ਕਿਹਾ ਕਿ ਇੱਕ ਕੇਅਰ ਟੇਕਰ ਨੂੰ ਇਹ ਮਾਤਾ ਦੀ ਜਿਹੜੀ ਹੈਗੀ ਆ ਉਹ ਸਾਂਭ ਸੰਭਾਲ ਦਿੱਤੀ ਹੋਈ ਸੀ। ਉਹ ਕੇਅਰ ਟੇਕਰ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸਾਂਭ ਸੰਭਾਲ ਦਿੱਤੀ ਹੋਈ ਸੀ, ਉਹਨਾਂ ਨੇ ਸੰਭਾਲੀ ਨਹੀਂ, ਜਾਂ ਕੁਝ ਇਸ ਤਰ੍ਹਾਂ ਦੇ ਦੋਸ਼ ਜਿਹੜੇ ਨੇ ਉਹ ਲਾਏ ਜਾ ਰਹੇ ਨੇ। ਅੱਜ ਉਹ ਕੇਅਰ ਟੇਕਰ ਜਿਹੜੇ ਨੇ ਦਾਵੜਾ ਜੀ ਸਾਡੇ ਨਾਲ ਨੇ, ਉਹਨਾਂ ਨੇ ਉਹ ਦੱਸਣਗੇ ਕਿ ਆਖਿਰ ਗੱਲ ਕੀ ਸੀ ਔਰ ਉਹਨਾਂ ਨੇ ਕਦੋਂ ਜਿਹੜਾ ਹੈਗਾ ਇਹਨਾਂ ਦੇ ਪੁੱਤਰਾਂ ਨੂੰ ਕਿਹਾ ਜਾਂ ਕੀ ਗੱਲ ਬਣੀ। ਪਹਿਲਾਂ ਦਾਵੜਾ ਜੀ ਨਾਲ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਨੇ ਮਾਤਾ ਨੂੰ ਜਿਹੜਾ ਹੈਗਾ ਉਹ ਸੰਭਾਲਣ ਵਾਸਤੇ ਕੇਅਰ ਟੇਕਿੰਗ ਦੇ ਲਈ ਦਿੱਤੀ ਹੋਈ ਸੀ। ਦਾਵੜਾ ਜੀ, ਅਸਲ ਦੇ ਵਿੱਚ ਜਿਹੜੀ ਹੈਗੀ ਆ ਉਹ ਗੱਲ ਕੀ ਹੈ? ਕਦੋਂ ਮਾਤਾ ਤੁਹਾਡੇ ਕੋਲੇ ਆਈ ਔਰ ਕੀ ਜਿਹੜੇ ਹਾਲਾਤ ਜਿਹੜੇ ਸੀਗੇ ਉਦੋਂ ਕੀ ਬਣੇ ਨੇ? ਸਰ, ਫਰਵਰੀ 2018 ਜਿਸ ਵਿੱਚ ਬਿੱਟੂ ਧਵਨ ਨਾਮ ਦੇ ਅਜੀਤ ਸਲੈਮੇ ਕੋਲ ਉਹਨਾਂ ਦਾ ਹੋਟਲ ਚਲਾਉਂਦੇ ਨੇ, ਉਹ ਮੇਰੇ ਘਰ ਆ ਕੇ ਕਹਿਣ ਲੱਗੇ ਕਿ ਇੱਕ ਬਜ਼ੁਰਗ ਮਾਤਾ ਦੀ ਰੋਟੀ ਲਾਣੀ। ਮੈਂ ਸਾਈਂ ਟਿਫਨ ਸੈਂਟਰ ਆਪਣੀ ਘਰ ਦੇ ਲੋਕਾਂ ਦੇ ਘਰ ਜਾ ਕੇ ਆਪਣੀ ਰੋਟੀ ਦਿੰਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਅਸੀਂ ਸੋਚਿਆ ਇੱਕ ਬਜ਼ੁਰਗ ਮਾਤਾ ਦੀ ਸੇਵਾ ਮਿਲ ਰਹੀ ਹੈ, ਕਿਉਂ ਨਾ ਸੇਵਾ ਲਈ ਜਾਵੇ। ਤੇ ਉਹਨਾਂ ਨੇ ਮੈਨੂੰ ਮਾਤਾ ਜੀ ਦਾ ਘਰ ਵਿਖਾ ਦਿੱਤਾ ਜਿੱਥੇ ਉਹ ਜੱਦੀ ਰਹਿੰਦੇ ਸਨ, ਜਿੱਥੇ ਇਹਨਾਂ ਦਾ ਸਾਰਾ ਪਰਿਵਾਰ ਜੱਦੀ ਉੱਥੇ ਪਲਿਆ ਪੜਿਆ। ਜੱਦੀ ਮਾਤਾ ਜੀ ਨੇ ਦਿਹਾੜੀਆਂ ਕਰਕੇ ਇਹਨਾਂ ਨੂੰ ਇੱਕ ਹੋਣਹਾਰ ਅਫਸਰ ਬਣਾਏ ਤੇ ਉੱਥੇ ਜਾ ਕੇ ਮੈਨੂੰ ਬਿੱਟੂ ਧਵਨ ਨੇ ਉਹ ਘਰ ਵਿਖਾ ਦਿੱਤਾ। ਜਦੋਂ ਘਰ ਵੇਖਿਆ ਤਾਂ ਅੰਦਰ ਮੈਂ ਇੱਕ ਦਿਨ, 2 ਦਿਨ, ਤੀਜੇ ਦਿਨ ਰੋਟੀ ਦੇਣ ਜਾਂਦਾ ਰਿਹਾ। ਕੰਮ ਸ਼ੁਰੂ ਹੋ ਗਿਆ ਸੁਬਾਹ 11 ਵਜੇ, ਰਾਤ ਨੂੰ 7 ਵਜੇ ਜੇ ਸ਼ੁਰੂ ਹੋ ਗਿਆ। ਤੇ ਇੱਕ ਦਿਨ ਮਾਤਾ ਜੀ ਨੂੰ ਮੈਂ ਪੁੱਛਿਆ, ਮਾਤਾ ਜੀ ਤੁਸੀਂ ਆ ਜਿਹੜੇ ਛੱਤ ਥੱਲੇ ਪਏ ਹੋ, ਛੱਤ ਦੇ ਉੱਤੇ ਐਡਾ ਵੱਡਾ ਮੋਰ ਹੈ ਤੇ ਮੀਂਹ ਵਿੱਚ ਕਿਵੇਂ ਪੈਣੇ? ਉਹ ਕਹਿਣ ਲੱਗੇ ਵੀ ਬੇਟੇ ਮੈਂ ਕੀ ਦੱਸਾਂ ਤੈਨੂੰ ਆਪਦੀ। ਉਹ ਇਹਨਾਂ ਕੇ ਹਾਲਾਤ ਵਿੱਚ ਕੁਛ ਠੀਕ ਸਨ। ਉਸ ਟਾਈਮ ਜਦ ਮੰਜੇ ਤੇ ਪਏ ਸੀ, ਉਹਨਾਂ ਜਿਹੜਾ ਚੂਕਣਾ ਵੀ ਕੰਮ ਨਹੀਂ ਕਰਦਾ ਸੀ। ਉਹ ਇੱਕ ਕੁਰਸੀ ਰੱਖੀ ਸੀ, ਉਹਦੇ ਸਾਰੇ ਹੌਲੀ ਹੌਲੀ ਫਲਸ਼ ਤੱਕ ਪਹੁੰਚਦੇ ਸਨ। ਉਹ ਕੀ ਹੋਇਆ, ਕੁਛ ਦਿਨ ਬਾਅਦ ਜਦੋਂ ਮੈਂ ਫਿਰ ਗਿਆ ਰੋਟੀ ਰੋਜ਼ ਜਾਣਾ, ਮੇਰਾ ਰੂਟੀਨ ਬਣ ਚੁੱਕਿਆ ਸੀ, ਮੇਰਾ ਕੰਮ ਸੀ। ਜਦੋਂ ਸੇਵਾ ਸ਼ੁਰੂ ਕਰ ਦਿੱਤੀ, ਇੱਕ ਦਿਨ ਮਾਤਾ ਜੀ ਕਹਿੰਦੇ ਮੈਨੂੰ ਬਲਵਿੰਦਰ ਸਿੰਘ ਦਾ 98 154 55 566 ਨੰਬਰ ਦਿੱਤਾ ਕਿ ਤੁਸੀਂ ਮਾਤਾ ਜੀ ਦੇ ਇਹਦੇ ਨਾਲ ਮੇਰੀ ਗੱਲ ਕਰਾ ਦਿਓ। ਮੈਂ ਸੋਚਿਆ ਇਹ ਇਨਸਾਨ ਤਾਂ ਮੈਂ ਇਹਦੇ ਨਾਲ ਵਰਤਿਆ ਹੋਇਆ, ਇਹ ਪੁੱਛੋ ਇਹ ਤੁਹਾਡਾ ਬੇਟਾ ਕਿਵੇਂ ਹੋ ਸਕਦਾ ਐਡਾ ਵੱਡਾ ਅਫਸਰ ਤੇ ਤੇਰਾ ਬੇਟਾ? ਮਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਉਸੇ ਵੇਲੇ ਫੋਨ ਲਾਇਆ ਤੇ ਮੈਂ ਉਸਨੇ ਪੁੱਛਿਆ, ਮੈਂ ਮਾਤਾ ਜੀ ਤੁਹਾਡੇ ਮਾਤਾ ਜੀ ਹਨ? ਕਹਿੰਦੇ ਹਾਂ ਦਾਵੜਾ ਜੀ, ਮੇਰੀਆਂ ਬਹੁਤ ਮਜਬੂਰੀਆਂ, ਬਹਿ ਕੇ ਗੱਲ ਕਰਾਂਗੇ। ਇਹ ਮੇਰੇ ਪੁਰਾਣੇ ਵਾਕਫ ਸਨ। ਇਹ ਕਿਸੇ ਟਾਈਮ ਮੈਂ ਇਹਨਾਂ ਤੋਂ ਸ਼ਰਾਬ ਲਾਈਨ 'ਚ ਕੰਮ ਕਰਦਾ ਸੀ। ਮੈਂ ਉਸ ਟਾਈਮ ਇਹਨਾਂ ਤੋਂ ਪਰਮਿਟ ਬਣਵਾਉਣ ਜਾਂਦਾ ਸੀ ਤੇ ਮੇਰਾ ਤਾਂ ਇਹਨਾਂ ਨਾਲ ਵਾਕਫੀ ਪਾਈ ਗਈ। ਹੋਰ ਕੋਈ ਮੈਂ ਕੋਈ ਬਹੁਤ ਵੱਡਾ ਸੌਦਾਗਰ ਨਹੀਂ ਸੀ। ਅੱਛਾ, ਉਸ ਤੋਂ ਬਾਅਦ ਇਸ ਇਨਸਾਨ ਨੇ ਮੈਨੂੰ ਕੁਝ ਦਿਨਾਂ ਬਾਅਦ ਮਿਲਿਆ ਤੇ ਦੱਸਿਆ ਮੇਰੀ ਮਾਤਾ ਜੀ ਹੈ ਤੇ ਮੇਰੇ ਘਰ ਦੇ ਵਾਸਤੇ ਕੋਈ ਜਗ੍ਹਾ ਜਾਂ ਟਿਕਾਣਾ ਨਹੀਂ ਹੈ। ਇਸ ਵਾਸਤੇ ਇਹ ਮੇਰਾ ਜੱਦੀ ਮਕਾਨ ਹੈ, ਇੱਥੇ ਹੀ ਰੋਟੀ ਦੇ ਤੁਸੀਂ ਦੇ ਕੇ ਚਲੇ ਜਾ ਕਰੋ। ਕੁਝ ਦਿਨਾਂ ਬਾਅਦ ਮੈਨੂੰ ਗਲੀ 'ਚ ਪਤਾ ਲੱਗਿਆ ਕਿ ਜਿਹੜਾ ਇਹ ਮਕਾਨ ਮਾਤਾ ਜੀ ਦਾ ਵੇਚ ਕੇ ਗੁਆਂਢੀਆਂ ਨੂੰ ਇਸੇ ਨੇ ਖਾ ਲਿਆ। ਇਹ ਮਕਾਨ ਵੇਚ ਕੇ ਖਾ ਲਿਆ। ਦੂਜੇ ਭੈਣ ਭਰਾਵਾਂ ਦਾ ਮੈਨੂੰ ਕੋਈ ਵੇਰਵਾ ਪਤਾ ਨਹੀਂ, ਨਾ ਹੀ ਅੱਜ ਤੱਕ ਉਹ ਭੈਣ ਭਰਾ ਮੈਨੂੰ 2 ਸਾਲ ਤੱਕ ਇਹ ਸਫ਼ਰ ਚੱਲਦਾ ਰਿਹਾ। ਮਾਤਾ ਜੀ ਨੂੰ ਕੋਈ ਬੁਖਾਰ ਦੀ ਗੋਲੀ ਦੀ ਲੋੜ ਪੈਂਦੀ ਜਾਂ ਕੁਛ ਹੁੰਦਾ, ਮੈਂ ਦਿੰਦਾ ਰਿਹਾ, ਚਾਹ ਪਾਣੀ ਰੋਟੀ ਉਹਨਾਂ ਦੀ ਸੇਵਾ ਲੈਂਦਾ ਰਿਹਾ। ਇਹ ਸੌਦਾ ਮੇਰਾ 1800 ਰੁਪਏ ਮਹੀਨੇ 'ਚ ਚੱਲਦਾ ਰਿਹਾ ਤੇ ਮੇਰਾ ਵੀ ਗਰੀਬੀ ਦਾ ਜਿਹੜਾ ਦਾਮਨ ਚੱਲੀ ਗਿਆ ਤੇ ਮੈਂ ਆਪਣੀ ਜ਼ਿੰਦਗੀ ਦਾ ਵਧੀਆ ਚੱਲਦਾ ਕਰਕੇ ਸੇਵਾ ਤੇ ਆਪਦੇ ਆਪ ਨੂੰ ਸੰਤੁਸ਼ਟ ਸਮਝਦਾ ਸੀ। ਕਿਵੇਂ ਮਾਤਾ ਜੀ ਫਿਰ ਜਿਹੜੀ ਜਗ੍ਹਾ ਤੇ ਹੋਣ ਸੀਗੇ ਘਰੇ ਤੁਹਾਡੇ ਕੋਲੇ, ਉੱਥੇ ਕਿਵੇਂ ਆਏ ਤੇ ਕਦੋਂ ਆਏ? ਇਹ 2 ਸਾਲ ਪਹਿਲਾਂ ਜਦ ਮਾਤਾ ਜੀ ਸੇਵਾ ਮੈਂ ਉੱਥੇ ਕੀਤੀ ਤੇ ਮਾਤਾ ਜੀ ਉਸ ਘਰ ਚੋਂ ਰੋੜ ਕੇ ਸੜਕਾਂ ਤੇ ਆ ਕੇ ਲੰਮੇ ਲੇਟ ਜਾਂਦੇ ਸਨ। ਜਦੋਂ ਲੇਟਦੇ ਮੈਂ ਇੱਕ ਦਿਨ ਵੇਖਿਆ ਤੇ ਮੇਰੀ ਆਤਮਾ ਕੰਬਣ ਲੱਗ ਗਈ ਕਿ ਇਸ ਮਾਤਾ ਦਾ ਇਹ ਹਾਲ ਹੋਇਆ ਤੇ ਮੈਨੂੰ ਵੀ ਨਾਲ ਭੁਗਤਣਾ ਪਊ। ਮੈਂ ਇਹਨਾਂ ਨੂੰ ਫੋਨ ਕੀਤਾ ਤੇ ਇਹ ਕਹਿੰਦੇ ਬਿੱਟੂ ਤੇ ਦੋਵੇਂ ਬੈਠ ਕੇ ਮੈਨੂੰ ਦੁਕਾਨ ਤੇ ਬੁਲਾਇਆ ਕਿ ਮਾਤਾ ਜੀ ਨੂੰ ਤੇਰੇ ਘਰ ਹੀ ਭੇਜ ਦੇ, ਕਿਸੇ ਤਰ੍ਹਾਂ ਨੂੰ ਆਪਦੇ ਘਰ ਐਡਜਸਟ ਕਰੋ, ਤੈਨੂੰ ਅਸੀਂ ਪੈਸੇ ਦੇ ਦਿਆਂਗੇ। ਮੈਂ ਸੋਚਿਆ ਵੀ ਚਲੋ ਜੇ ਮੇਰੇ ਮਾਪੇ ਹੁੰਦੇ ਤਾਂ ਉਹਨਾਂ ਦੀ ਮੈਂ ਸੇਵਾ ਕਰਦਾ। ਪੈਸਿਆਂ ਦੇ ਜਿਹੜਾ ਇਹਨਾਂ ਨੇ ਮੈਨੂੰ ਆਪਣੇ 4000 ਰੁਪਏ ਮਹੀਨੇ 'ਚ ਗੱਲ ਕਰਤੀ। ਘਰ 1800 ਸੀ, ਘਰ ਲਿਜਾਣ ਦਾ ਮੈਨੂੰ 4000, ਕੱਪੜੇ ਧੋਣ ਦਾ, ਲੈਟਰਿੰਗ ਚੱਕਣ ਦਾ, ਫਲਸ਼ ਦੇ ਲਿਫਾਫੇ ਧੋਣ ਦਾ ਸਾਰਾ ਠੇਕਾ ਮੈਨੂੰ ਦੇ ਕੇ ਆਪਦਾ ਖੇੜਾ ਛਡਾ ਕੇ ਅੱਜ ਮੈਨੂੰ ਕੁੱਤਿਆਂ ਤਰ੍ਹਾਂ ਬਦਨਾਮ ਕਰਕੇ ਫਿਰਦੇ ਹਨ। ਕਿਉਂਕਿ ਇਹ ਲਾਲੇ ਸੀ 50-50 ਹਜ਼ਾਰ ਤਨਖਾਹਾਂ ਇਹਨਾਂ ਦੀਆਂ ਤੇ ਮੈਨੂੰ ਕੁੱਤਾ ਰੱਖ ਕੇ ਆਪ ਫਿਰਦੇ ਹਨ ਤੇ ਮੇਰੇ ਕੋਲ ਆ ਕੇ ਟਿਕਾਣਾ ਨਾਲੇ ਮੈਨੂੰ ਉੱਥੋਂ ਹਰਾਸਮੈਂਟ ਮੇਰੇ ਦਰਵਾਜ਼ੇ 'ਤੇ ਕਰਾਇਆ ਗਿਆ। ਜਦੋਂ ਆਖਰੀ ਕੰਡੀਸ਼ਨ ਹੋਈ ਆ, ਜਦੋਂ ਘਰ ਦੇ ਬਾਹਰ ਪਏ ਰਹੇ ਮਾਤਾ ਜੀ, ਉਦੋਂ ਤੁਸੀਂ ਕੋਈ ਇਹਨਾਂ ਨੂੰ ਤੁਹਾਡੇ ਕੋਲੇ ਰਹੇ ਨੇ, ਤੁਸੀਂ ਕੋਈ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂ ਕੋਈ ਗੱਲਬਾਤ ਹੋਈ? ਇਸ ਬਿੰਦਰ ਸਿੰਘ ਨੂੰ ਹਜ਼ਾਰਾਂ ਵਾਰ ਵੀ ਇਨਫੋਰਮੇਸ਼ਨ ਮੈਂ ਦਿੱਤੀ। ਇਹ ਮੰਨਦਾ ਇਸ ਗੱਲ ਵਿੱਚ ਕਿ ਸਾਲ ਵਿੱਚ 3 ਵਾਰੀ ਇਹ ਸਿਰਫ ਆ ਕੇ ਚੱਕਰ ਲਾਇਆ ਇਹਨਾਂ ਨੇ। ਬਾਕੀ ਇਹਨਾਂ ਦੇ ਕੋਈ ਫੈਮਿਲੀ ਦਾ ਇਨਸਾਨ ਮੇਰੇ ਕੋਲ ਨਹੀਂ ਆਇਆ ਤੇ ਨਾ ਹੀ ਉਹਨਾਂ ਨੇ ਆ ਕੇ ਮੈਨੂੰ ਪੁੱਛਿਆ ਕਿ ਸਾਡੀ ਮਾਤਾ ਜੀ ਇੱਥੇ ਸੀ। ਤੇ ਆਓ ਮਾਤਾ ਇੱਕ ਵਾਰੀ ਗੱਲ ਜ਼ਰੂਰ ਕਰਦੇ ਸੀ ਕਿ ਮੇਰੇ ਰਾਜੇ ਪੁੱਤਰ ਨੂੰ ਇਸਨੇ ਕੋਈ ਲੈਣ ਦੇਣ ਨਹੀਂ ਕੀਤਾ।
ਕੀਤੇ, ਮੇਰੇ ਰਾਜੇ ਪੁੱਤਰ ਨੂੰ ਇਹਨੇ ਖਰਾਬ ਕੀਤਾ ਹੈ, ਇਹ ਆਪਦੀਆਂ ਕੀਤੀਆਂ ਦਾ ਫਲ ਆਪ ਭੁਗਤੇਗਾ। ਮਾਤਾ ਵੀ ਇਹਦੇ ਬਲਵਿੰਦਰ ਦੇ ਖਿਲਾਫ ਰਹੀ ਹੈ, ਉਹ ਰਾਜੇ ਦੇ ਖਿਲਾਫ ਨਹੀਂ ਸੀ ਪਰ ਬਲਵਿੰਦਰ ਦੇ ਖਿਲਾਫ ਜ਼ਰੂਰ ਰਹੀ ਹੈ, ਕਿਉਂਕਿ ਸਾਰੇ ਕਿੱਤੇ ਕਾਰਨਾਮੇ ਇਹਨੇ ਕੀਤੇ। ਉਹਨਾਂ ਸ਼ਖਸਾਂ ਨੂੰ, ਉਹਨਾਂ ਇਨਸਾਨਾਂ ਨੂੰ ਮੈਂ ਅੱਜ ਤੱਕ ਧਰਮ ਦੀਆਂ ਮੂਰਤੀਆਂ ਨੂੰ ਜਾਂ ਕੁਝ ਵੀ ਸਮਝ ਲਓ ਮੈਨੂੰ ਨਹੀਂ ਮਿਲੇ। ਉਹਨਾਂ ਨੇ ਅਜੇ ਤੱਕ ਵੀ ਮੈਂ ਉਹਨਾਂ ਨੂੰ ਨਹੀਂ ਜਾਣਦਾ। ਮੈਂ ਸਿਰਫ ਕੁਝ ਦਿਨ ਪਹਿਲੇ ਮੈਨੂੰ ਐਸਐਸਪੀ ਦਫ਼ਤਰ ਸ਼ਾਮਲ ਬੁਲਾਇਆ ਗਿਆ ਸੀ, ਉੱਥੇ ਉਹਨਾਂ ਮੂਰਤੀਆਂ ਦੇ ਦਰਸ਼ਨ ਹੋਏ। ਬਲਵਿੰਦਰ ਸਿੰਘ ਤਾਂ ਨਹੀਂ ਸੀ, ਬਾਕੀ ਉੱਥੇ ਉਹਨਾਂ ਦੀ ਫੈਮਿਲੀ ਸੀ, ਜਿਹਨਾਂ ਵੇਖ ਕੇ ਫਿਰ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੀ ਮਾਤਾ ਹੈ। ਤੇ ਫਿਰ ਜਿਹੜੇ ਪਏ ਆਖਰ ਤੇ ਸਿਰ ਦੇ ਵਿੱਚ ਉਦੋਂ ਫਿਰ ਤੁਸੀਂ ਉਹ ਘਰ ਦੇ ਬਾਹਰ ਆ ਗਈ ਮਾਤਾ, ਉਦੋਂ ਫਿਰ ਕੀ ਮੈਂ ਦੱਸਦਾ, ਜਿਹੜਾ ਘਰ ਦੇ ਬਾਹਰ ਕੰਧਾਂ ਬਣਾਈਆਂ ਹੋਈਆਂ ਸਨ, ਉਹਦੇ ਵਿੱਚ ਮਾਤਾ ਜੀ ਨੂੰ ਲੈਟਰਿੰਗ ਬਾਥਰੂਮ ਕਰਕੇ ਨਵਾਇਆ ਧਵਾਇਆ ਜਾਂਦਾ ਸੀ। ਇੱਕ ਦਰੀ ਵਿਛਾਈ ਹੋਈ ਸੀ ਜਿਹਦੇ ਵਿੱਚ ਉਹਨਾਂ ਨੂੰ ਤਿਆਰ ਕਰਦਾ ਸੀ। ਅੰਦਰ ਮੇਰੇ ਘਰ ਜਾ ਕੇ ਦੇਖੋ, ਇੱਕ ਟੈਲ ਬੱਤੇ ਦਾ ਕਮਰਾ ਬਣਿਆ ਹੈ, ਜਿਸ ਵਿੱਚ ਮੇਰਾ ਹੀ ਆਪਣਾ ਗੁਜ਼ਾਰਾ ਬੜਾ ਮੁਸ਼ਕਿਲ ਹੈ। ਇੱਕ ਮੰਦਿਰ ਬਣਿਆ ਜਿੱਥੇ ਸਤਸੰਗ ਹੁੰਦਾ ਹੈ, ਉੱਥੇ ਸਤਸੰਗ ਕਰਕੇ ਉੱਥੇ ਫਿਰ ਵੀ ਮੈਂ ਮਾਤਾ ਨੂੰ ਬਰਾਂਡੇ ਦੇ ਵਿੱਚ ਇਹਨਾਂ ਬੱਠਲਾਂ ਦੀ, ਉਹ ਬੱਠਲ ਮੌਜੂਦ ਪਏ ਹਨ, ਉਹ ਸਾਰਾ ਕੁਝ ਮੌਜੂਦ ਪਿਆ ਹੈ। ਉਲਟਾ ਉਹ ਸੇਵਾ ਮੈਂ ਕੀਤੀ, ਉਹਨਾਂ ਟੱਟੀਆਂ ਚੱਕਣ ਦਾ ਮੁੱਲ ਮੈਨੂੰ ਅੱਜ ਕੀ ਜੋ ਕੁਝ ਭੁਗਤਣਾ ਪੈ ਰਿਹਾ ਹੈ। ਮੇਰਾ ਮਜ਼ਾਕ ਉਡਾਇਆ ਜਾ ਰਿਹਾ, ਮੈਨੂੰ ਖੁੱਡਾ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ, ਬਹੁਤ ਕੁਝ ਕੀਤਾ ਜਾ ਰਿਹਾ ਹੈ। ਬਲਵਿੰਦਰ ਨੂੰ ਤੁਸੀਂ ਦੱਸਿਆ ਵੀ ਮਾਤਾ ਦੇ ਸਿਰ 'ਚ ਕੀੜੇ ਪੈ ਗਏ ਜਾਂ ਕੁਝ ਕਿਸੇ ਨੂੰ ਦੱਸਿਆ? ਬਲਵਿੰਦਰ ਨੂੰ ਬਿਲਕੁਲ ਮੈਸੇਜ ਆ ਦਿੱਤਾ ਕਿ ਮਾਤਾ ਦਾ ਸਿਰ 'ਚ ਮੌਕਾ ਸੀ ਤੇ ਮੌਕਾ ਗੱਲ ਕੇ ਉਹਦੇ 'ਚ ਜੀ ਪੈ ਚੁੱਕੇ ਹਨ, ਕਹਿੰਦਾ ਆ ਕੇ ਇਲਾਜ ਕਰਾ ਲਓ। ਮੈਂ 4000 'ਚ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੈ, ਮੈਂ 4000 'ਚ ਮੈਂ ਕੀ ਕਰਾਂ, 2-2000 ਰੁਪਏ ਮਹੀਨੇ ਦਾ ਕਰਕੇ ਦਿੰਦਾ ਸੀ ਤੇ ਮੈਨੂੰ ਇਕੱਠੇ ਪੈਸੇ ਨਹੀਂ ਮਿਲਦੇ ਸੀ। ਰਿਕਾਰਡਿੰਗ ਹੈਗੀ ਤੁਹਾਡੇ ਕੋਲ? ਹਾਂ ਬਿਲਕੁਲ ਹੈਗੀ ਹੈ ਜੀ, ਮੈਂ ਇਹਨਾਂ ਨੂੰ ਕਿਹਾ ਸੀ। ਉਹ ਦਰਸ਼ਕਾਂ ਨੇ ਜਿਹੜੇ ਹੈਗੇ ਆ ਉਹ ਰਿਕਾਰਡਿੰਗ ਜਿਹੜੀ ਸਾਨੂੰ ਉਹਨਾਂ ਨੇ ਪੇਸ਼ ਕੀਤੀ, ਬੇਸ਼ੱਕ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ, ਪਰ ਦਾਵੜਾ ਜੀ ਦੇ ਕਹਿਣ ਅਨੁਸਾਰ ਬਲਵਿੰਦਰ ਦੇ ਨਾਲ ਜਿਹੜਾ ਧਵਨ ਇੱਕ ਵਿਅਕਤੀ ਹੋਰ ਵਿੱਚ ਆਇਆ ਜਿਨ੍ਹਾਂ ਦੇ ਥਰੂ ਗੱਲਬਾਤ ਹੋਈ, ਉਹਨਾਂ ਦੇ ਨਾਲ ਇਹ ਰਿਕਾਰਡਿੰਗ ਤੇ ਗੱਲ ਹੋਈ ਹੈ ਇਹਨਾਂ ਦੀ ਕਿ ਮਾਤਾ ਨੂੰ ਸੰਭਾਲਿਆ ਜਾਵੇ ਆਖਰੀ। ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਉਹਨਾਂ ਨੇ ਇਹਨੂੰ ਕਰ ਦਿੱਤਾ ਸੀ, ਪਰ ਇਸ ਇਨਸਾਨ ਨੇ ਆਪਣੀ ਮਾਂ ਨੂੰ ਮਾਂ ਨਹੀਂ ਸਮਝਿਆ। ਇਸ ਨੇ ਅਸੀਂ ਉਹ ਰਿਕਾਰਡਿੰਗ ਵੀ ਜਿਹੜੀ ਹੈਗੀ ਆ ਉਹ ਦਰਸ਼ਕਾਂ ਦੇ ਨਾਲ ਜਿਹੜੀ ਹੈਗੀ ਆ ਸਾਂਝੀ ਕਰਨੀ ਚਾਹਾਂਗੇ, ਜਿਸ ਰਿਕਾਰਡਿੰਗ ਦੇ ਵਿੱਚ ਦਾਵੜਾ ਦੀ ਗੱਲ ਹੋ ਰਹੀ ਆ ਧਵਨ ਨਾਲ ਔਰ ਬਲਵਿੰਦਰ ਦੇ ਨਾਲ। ਕਿੰਨਾ ਦੀ ਆਵਾਜ਼ ਹੈ? ਬਲਵਿੰਦਰ ਦੀ ਜਿਹੜੀ ਬੜੀ ਕਰਦੀ ਹੈ ਇਹ ਬਿੱਟੂ ਨਾਲ ਹੋ ਗਈ, ਤਾਂ ਉਹਨਾਂ ਹੋ ਗਈ, ਤਾਂ ਉਹਨਾਂ ਇਹ ਤਾਂ ਮੈਨੂੰ ਸੋ ਇਹ ਰਿਕਾਰਡਿੰਗ ਜਿਹੜੀ ਦਾਵੜਾ ਜੀ ਅਨੁਸਾਰ ਜਿੰਦੇ ਤੋਂ ਕਹਿ ਰਹੇ ਹੈਗੇ ਕਿ ਕਰੋਨਾ ਕਰਕੇ ਉਹ ਕਹਿ ਰਹੇ ਇੱਕ ਵਾਰੀ ਉਹ ਕਹਿ ਰਹੇ ਕਰੋਨਾ ਕਰਕੇ ਸੀ ਨਹੀਂ ਜਾਣੀ, ਪਰ ਇਹਨਾਂ ਨੇ ਕਰੋਨਾ ਦਾ ਬਹਾਨਾ ਲਾ ਕੇ, ਪਹਿਲੇ ਕਿਹੜਾ ਕਰੋਨਾ ਸੀ, ਕਰੋਨਾ ਤਾਂ ਹੁਣ ਮਾਰਚ ਅਪ੍ਰੈਲ ਤੋਂ ਸ਼ੁਰੂ ਹੋਇਆ। ਕਰੋਨਾ 3 ਸਾਲਾਂ ਦਾ ਨਹੀਂ ਸੀ, ਮੈਂ 3 ਸਾਲ ਸੰਭਾਲੀ, ਇਹ 2 ਦਿਨ ਦੇ ਵਿੱਚ ਘਰ ਲਿਜਾ ਕੇ ਉਹਦੀ ਮੌਤ ਹੋ ਗਈ। ਕੀ ਕਾਰਨ ਸੀ? ਮੈਂ 3 ਸਾਲ ਇਹਨੂੰ ਸੰਭਾਲੀ, ਮੇਰੀ ਸੰਭਾਲ ਦਾ ਕਿਸੇ ਨੇ ਕੋਈ ਮੁੱਲ ਨਹੀਂ ਪਾਇਆ। ਉਸ ਇਨਸਾਨ ਨੇ ਘਰੇ ਆ ਕੇ ਮੇਰੇ ਪਾਟੇ ਕੱਪੜੇ ਤੇ ਮੇਰੇ ਉਹ ਕੱਪੜੇ ਦੇ ਢੇਰ ਲੱਗ ਜਾਂਦੇ ਸੀ ਜਦੋਂ ਮੈਂ ਲੈਟਰਿੰਗ ਬਾਥਰੂਮ ਸਾਫ਼ ਕਰਦਾ ਸੀ। ਸੱਚ ਦਾ ਗਵਾਹ ਪਰਮਾਤਮਾ ਇਨਸਾਫ ਕਰੂਗਾ, ਬਲਵਿੰਦਰ ਸਿੰਘ ਦਾ ਸਤਿਆਨਾਸ਼ ਹੋਊਗਾ। ਨਹੀਂ ਦਾਵੜਾ ਜੀ ਆਖਰ ਤੇ ਜਦੋਂ ਹੁਣ ਮਾਤਾ ਦੀ ਡੈਥ ਹੋਈ ਹੈ ਕਿ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਸੰਪਰਕ ਕੀਤਾ? ਮੇਰੇ ਨਾਲ ਕਿਸੇ ਨੇ ਕੁਝ ਸੰਪਰਕ ਨਹੀਂ ਕੀਤਾ। ਮੈਨੂੰ ਐਸਐਸਪੀ ਸਾਹਿਬ ਦਫ਼ਤਰ ਬੁਲਾਇਆ ਗਿਆ ਸੀ, ਉੱਥੇ ਇਹਨਾਂ ਨੂੰ ਬੁਲਾਇਆ ਗਿਆ ਸੀ, ਉੱਥੇ ਗੱਲਬਾਤ ਹੋਈ ਹੈ। ਕਿਸੇ ਨੇ ਮੈਨੂੰ ਕੋਈ ਐਸਐਸਪੀ ਸਾਹਿਬ ਨੇ ਵੀ ਮੈਨੂੰ ਕੋਈ ਹਰਾਸਮੈਂਟ ਨਹੀਂ ਕੀਤੀ, ਉਹਨਾਂ ਨੇ ਵੀ ਮੈਨੂੰ ਕੁਝ ਨਹੀਂ, ਮਤਲਬ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ, ਵੱਡੇ ਆ ਉਹ, ਉਹਨਾਂ ਨੇ ਲਾਹਨਤਾਂ ਪਾਈਆਂ ਸਾਨੂੰ ਰੱਜ ਕੇ ਵੀ ਇਹਨਾਂ ਦੇ ਪਰਿਵਾਰ ਜਿਹੜੇ ਆਏ ਸੀ ਉਹਨਾਂ ਲਾਹਨਤਾਂ ਪਾਈਆਂ। ਉਹ ਇੰਨੇ ਸਮੇਂ ਦੇ ਵਿੱਚ ਕਦੇ ਕੋਈ ਪਰਿਵਾਰਕ ਮੈਂਬਰ ਨਹੀਂ ਆਇਆ? ਇੰਨੇ ਸਮੇਂ ਦੇ ਸਿਰਫ ਬਲਵਿੰਦਰ ਸਿੰਘ ਸਾਲ 'ਚ 3 ਵਾਰੀ ਆਇਆ। ਤੁਸੀਂ ਦੇਖੋ ਆਪਣੇ ਧਰਮ ਦੇ ਵਿੱਚ ਇੱਕ ਦੀਵਾਲੀ ਦਾ ਤਿਉਹਾਰ ਜ਼ਰੂਰ ਮਨਾਇਆ ਜਾਂਦਾ ਹੈ, ਉਹ ਤਿਉਹਾਰ ਬੜਾ ਧਾਰਮਿਕ ਤੇ ਖੁਸ਼ੀਆਂ ਦਾ ਹੁੰਦਾ ਹੈ। ਮਾੜੇ ਤੋਂ ਮਾੜਾ ਵੀ ਆਪਣੇ ਮਾਤਾ ਪਿਤਾ ਨੂੰ ਪੁੱਛਣਾ ਤੁਹਾਡੀ ਕੋਈ ਖੁਆਇਸ਼ ਹੈ? ਇਹ ਇਨਸਾਨ ਅੱਜ ਤੱਕ ਮੱਥੇ ਹੀ ਨਹੀਂ ਲੱਗਿਆ। ਅਸੀਂ ਸੋਚਦੇ ਸ਼ਾਇਦ ਦੀਵਾਲੀ ਵਾਲੇ ਦਿਨ ਹੀ ਆ ਜਾਵੇ, ਦੀਵਾਲੀ ਵਾਲੇ ਦਿਨ ਵੀ ਚਾਂਦ ਨਹੀਂ ਨਿਕਲਿਆ।
ਓਕੇ ਵੀ ਇਹ ਉਸ ਤੋਂ 3 ਵਾਰੀ ਇੱਕ ਸਾਲ 'ਚ 3 ਵਾਰੀ ਵਾਰ-ਵਾਰ ਮੇਰੀ ਸਟੇਟਮੈਂਟ ਮੈਂ ਦੇ ਰਿਹਾ, ਸਾਲ 'ਚ 3 ਵਾਰੀ ਕੱਖ ਵੀ ਨਹੀਂ ਬਦਲਿਆ ਮੈਂ। ਅੱਜ ਇੱਥੇ ਹੋਰ ਉੱਥੇ ਉਹ ਕੁਝ ਵੀ ਨਹੀਂ, ਸਾਲ 'ਚ ਸਿਰਫ 3 ਵਾਰੀ ਆਇਆ, ਮਿੰਨਤਾਂ ਤਰਲੇ ਕਰਦਾ ਸੀ, ਮੈਂ ਫੋਨ ਕਰਦਾ ਸੀ ਕਿ ਤੁਸੀਂ ਆਓ। ਮਾਤਾ ਦੀ ਇਸ ਤਰ੍ਹਾਂ ਮੌਤ ਹੁੰਦੀ ਹੈਗੀ ਆ ਨਾ, ਤੁਹਾਡੇ ਕੋਲੇ ਮਾਤਾ 3 ਸਾਲ ਰਹੀ ਹੈ ਕਰੀਬ, ਬਿਲਕੁਲ। ਅਟੈਚਮੈਂਟ ਹੋ ਜਾਂਦੀ ਹੈਗੀ ਆ, ਤੁਹਾਨੂੰ ਦੁੱਖ ਹੈਗਾ ਕਿਤੇ ਆਖਰ ਤੇ ਜਿਹੜਾ ਕੁਝ ਹੋਇਆ ਹੁੰਦਾ ਪਛਤਾਵਾ ਜਿਹੜਾ ਬਹੁਤ ਹੈਗਾ, ਪਛਤਾਵਾ, ਤਾਂ ਮੈਨੂੰ ਬਹੁਤ ਪਛਤਾਵਾ ਆਇਆ। ਮੇਰੇ ਨਾਲ ਕੁੱਤਖਾਨਾ ਕਰਕੇ ਗੱਡੀਆਂ 'ਚ ਪਾ ਕੇ ਲੈ ਗਏ, ਇਸੇ ਤਾਂ ਮੇਰੇ ਮੂਹਰੇ ਤੇ ਪਈ ਰਹਿੰਦੀ, ਹੋਰ ਸੇਵਾ ਕਰ ਲੈਂਦਾ ਮੈਂ, ਹੋਰ ਰੋਲ ਲੈਂਦਾ, ਉਹ ਚੰਗਾ ਸੀ। ਉਹਨੀ 2 ਦਿਨਾਂ ਬਾਅਦ ਤੇ ਇਹਨਾਂ ਦੇ ਹੱਥ ਲੱਗਦੀ ਗਈ ਤੇ ਬਸ ਉਹਨਾਂ ਇਲਾਜ ਤਾਂ ਕੀ ਕਰਾਉਣਾ ਸੀਗਾ, ਉੱਤੋਂ ਬਸ ਬਾਊ ਜੀ ਬਣ ਗਏ ਸਾਰੇ ਤੇ ਮੇਰੀ ਬੇਇੱਜ਼ਤੀ ਕਰਨ ਤੇ ਮੈਨੂੰ ਫਸਾਣ ਤੇ ਤੁਲੇ ਹੋਏ। ਔਰ ਤੁਸੀਂ ਕੀ ਮੰਨਦੇ ਹੈਗੇ ਹੋ ਵੀ ਮਾਤਾ ਦੇ ਕੀੜਾ ਪੈ ਗਿਆ ਸਿਰ 'ਚ, ਤੁਸੀਂ ਇਹਨਾਂ ਨੂੰ ਦੱਸਿਆ, ਇਹਨਾਂ ਤੇ ਕੋਈ ਨਹੀਂ ਆਇਆ? ਇਹਨਾਂ 'ਚ ਕੋਈ ਕੱਖ, ਕਿਸੇ ਨੂੰ ਕੋਈ ਅਸਰ, ਸਿਰਫ ਬਲਵਿੰਦਰ ਸਿੰਘ ਨੂੰ ਪਤਾ ਸੀ, ਕਿਉਂਕਿ ਮੈਨੂੰ ਕਿਸੇ ਦਾ ਨੰਬਰ ਨਹੀਂ ਪਤਾ ਸੀ। ਮੇਰਾ ਕੰਟੈਕਟ ਬਲਵਿੰਦਰ ਸਿੰਘ ਨਾਲ ਸੀ। ਇਹ ਵੀ ਟਾਲ ਟੋਲ ਕਰਕੇ ਇੱਕ ਡਟੋਲ ਜੀ ਲੈ ਕੇ ਆਇਆ, ਜਿਹੜੀ ਕਿ ਤੁਸੀਂ ਕਰੋ, ਕਹਿੰਦਾ ਜੀ ਇਹਨਾਂ ਨੂੰ ਤਾਂ ਕਰੋਨਾ ਹੋ ਜਾਣਾ ਸੀ ਨਾ, ਫਿਰ ਡਰ ਲੱਗਦਾ ਨਾ। ਮੈਨੂੰ ਤਾਂ ਕਰੋਨਾ ਹੋਇਆ ਹੀ ਨਹੀਂ, ਲੋਕੀ ਡਰਦੇ ਸੀ ਕਿ ਮਾਤਾ ਦੀ ਸੰਭਾਲ ਕਿਵੇਂ ਕਰਦਾ। ਮੈਂ ਕਿਹਾ ਮੇਰੇ ਨਾਲ ਸਤਿਗੁਰੂ ਰਹਿੰਦੇ ਆ, ਕੀ ਹੋ ਜੂਗਾ। ਮੈਂ ਹਿੱਕ ਨਾਲ ਲਾ ਕੇ ਰੱਖੀ, ਮੇਰਾ ਸਰੀਰ ਚਮੜੀ ਮੇਰੀ ਕੋੜੀ ਹੋ ਜਾਵੇ ਜੇ ਮੈਂ ਗਲਤ ਕੀਤਾ ਹੋਵੇ। ਮੈਂ ਅੱਜ ਸੱਚ ਤੇ ਬੋਲ ਰਿਹਾ, ਮੇਰੀ ਚਮੜੀ ਫਿਰ ਕਹਿੰਦਾ ਮੈਂ ਕੋੜੀ ਹੋ ਜਾਵੇ। ਮਾਤਾ ਨੂੰ ਹਿੱਕ ਲਾ ਕੇ ਮੈਂ, ਨਾ ਮੈਨੂੰ ਕਰੋਨਾ ਆਇਆ, ਅੱਜ ਤੱਕ ਮੈਨੂੰ ਕੋਈ ਬਿਮਾਰੀ ਦਾ ਕੋਈ ਮਤਲਬ ਹੀ ਨਹੀਂ, ਅਜੇ ਵੀ ਨਹੀਂ ਹੈ ਕੋਈ। ਔਰ ਤੁਸੀਂ ਮੰਗ ਕੀ ਕਰਦੇ ਹੋ ਕਾਨੂੰਨ ਤੋਂ ਵੀ? ਆਖਰ ਤੇ ਮਾਤਾ ਦਾ ਇਹ ਹਾਲ ਹੋਇਆ, ਕਾਨੂੰਨ ਤੋਂ ਕੀ ਮੰਗ ਕਰਦੇ ਹੋ? ਮੈਂ ਕਾਨੂੰਨ ਤੋਂ ਇਹ ਮੰਗ ਕਰਦਾ ਕਿ ਸਖਤ ਤੋਂ ਸਖਤ ਇਹਨਾਂ ਨਾਲ ਕੀਤਾ ਜਾਵੇ। ਇਹ ਬਲਵਿੰਦਰ ਸਿੰਘ ਨਾਲ ਵੱਧ ਤੋਂ ਵੱਧ ਜਿੰਨਾ ਵੀ ਹੋਏ ਇਸ ਨਾਲ ਇਹਨੂੰ ਆਪਣਾ ਹਰਾਸਮੈਂਟ ਕੀਤੀ ਜਾਵੇ ਤੇ ਮੇਰਾ ਇਨਸਾਫ ਮੇਰੀ ਝੋਲੀ ਪਾਇਆ ਜਾਵੇ। 2 ਮਹੀਨਿਆਂ ਤੋਂ ਮੇਰੇ ਪੈਸੇ ਵੀ ਨਹੀਂ ਦਿੱਤੇ, ਜਿਸ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਸੀ। ਮੈਂ ਰੁਲਦਾ ਟਾਈਮ ਪਾਸ ਕੀਤਾ। ਔਰ ਇਹ ਦਾਬੜਾ ਜੀ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਪਿਛਲੇ 3 ਸਾਲ ਤੋਂ ਮਾਤਾ ਦੇ ਪਹਿਲਾਂ ਟਿਫਨ ਲੈ ਜਾਂਦੇ ਰਹੇ ਨੇ, ਫਿਰ ਇੱਥੇ ਔਰ ਜਿੱਥੇ ਉਹ ਜਗ੍ਹਾ ਬਣੀ ਹੋਈ ਸੀ, ਕਿਉਂਕਿ ਉਹ ਇਹ ਕਹਿੰਦੇ ਨੇ ਕਿ ਸਿਰ 'ਚ ਕੀੜੇ ਸੀ, ਔਰ ਇਹਨਾਂ ਨੇ ਇਸ ਬਾਰੇ ਮਾਤਾ ਦੇ ਪੁੱਤ ਨੂੰ ਇਨਫੋਰਮੇਸ਼ਨ ਵੀ ਦਿੱਤੀ ਹੈਗੀ ਆ। ਪਰ ਅਸਲ ਦੇ ਵਿੱਚ ਸਚਾਈ ਕੀ ਆ, ਇਹ ਸਾਰਾ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ। ਫਿਲਹਾਲ ਇਹਨਾਂ ਦਾ ਪੱਖ ਇਹੀ ਆ ਕਿ ਕਾਨੂੰਨ ਇਸ ਮਾਮਲੇ 'ਚ ਆਪਦੀ ਕਾਰਵਾਈ ਕਰੇ, ਔਰ ਜੋ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਇਸ ਮਾਮਲੇ 'ਚ ਸਜ਼ਾ ਮਿਲਣੀ ਚਾਹੀਦੀ ਹੈ। ਜਗਬਾਣੀ ਲਈ ਕੁਲਦੀਪ ਸਿੰਘ ਰੀਨੀ, ਸ਼੍ਰੀ ਮੁਕਤਸਰ ਸਾਹਿਬ।